ਵਾਹਿਗੁਰੂ ਸਾਹਿਬ ਜੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। हम रुलते फिरते कोई बात न पूछता, गुर सतगुर संग कीरे हम थापे। धन धन गुरु नानक जन केरा, जित मिलिया चूके सब सोग संतापे। धन धन गुरु नानक जन केरा, जित मिलिया चूके सब सोग संतापे। वाहिगुरु जी का खालसा, वाहिगुरु जी की फतेह। गुरां दी साजी और निवाजी साध संगत जी, लड़ीवार विचार जो आप जी निता प्रति सरवण करते आ रहे हो। अमृतमयी बाणी धुर की बाणी, सुखां दी मणि रूप बाणी श्री सुखमनी साहिब जी दी विचार। कुल 7 अष्टपदियाँ तक संपूर्ण आप सरवण कर रहे हो और कर चुके हो। आओ 8वीं अष्टपदी दी विचार सतगुरु किरपा कर रहे हैं। समेत सलोकां दे सतगुरु जी जो मेहरां दा मींह वरसा रहे हैं। वाहिगुरु साहिब जी। सलोक मन साचा मुख साचा सोय। इस अष्टपदी विच सतगुरु सच्चे पातशाह ब्रह्म ज्ञानी दे लक्षण दसदे हन कि भाई ब्रह्म ज्ञान उस दे अंदर हुंदा है, जिसदे मन च भी ओह सच्चा वसिया होवे, जिसदे मुख च भी सच्चा होवे। जिन मन होर मुख होर से कांडे कच्चे आ, जिन्हां दे मन विच होर संकल्प है, मुख ते कुछ होर है, ओह कच्चे पुरख हन। महापुरख सच्चे हन ब्रह्म ज्ञानी। मन च भी सच्चा प्रगट है, मुख तो भी ओह सच्चे दी शोभा उचारण करते हैं, जिन्हां विच सच्चा वसिया हुंदा है। अवर न पेखै एक सबिन कोय। भाई उन्हां दी दृष्टि च भी कोई भेद नहीं है, भाव भेदवादी नहीं है। ओह निगाह करके भी अवर अस्थान दे विच और नहीं उस एक तो बिना वेखदे। सारियां च एक मेवा रूपी ब्रह्म ही वेखदे हन। नानक एह लक्षण ब्रह्म ज्ञानी होए। भाई जिन्हां दे मन च भी सच्चा है, मुख च विच भी सच्चे दी शोभा है, शोभा उचारदे आ, जिहड़े दृष्टि द्वारा भी होर नहीं वेखदे एक तो बिना। इन्हां लक्षणां करके सतगुरु साहिब कहंदे ओह ब्रह्म ज्ञानी हुंदा है। जिन्हां विच इह लक्षण होण, गुण होण, ओह ब्रह्म वेता हुंदा है। अगे सतगुरु जी सलोक दी व्याख्या करदे हन अष्टपदी दे राहीं। अष्टपदी ब्रह्म ज्ञानी सदा निर्लेप। हुण सतगुरु साहिब ब्रह्म ज्ञानी दी अवस्था दसदे आ। हजूर कहंदे हन कि ब्रह्म ज्ञानी जिहड़े आ
ਸਦਾ ਹੀ ਨਿਰਲੇਪ ਰਹਿੰਦੇ ਹਨ। ਉਹ ਹਰ ਪ੍ਰਕਾਰ ਸੁਤੰਤਰ ਰਹਿੰਦੇ ਹਨ। ਕਿਸੇ ਵੀ ਪ੍ਰਕਾਰ ਦੇ ਪਾਪ ਪੁੰਨ ਉਹਨਾਂ ਨੂੰ ਨਹੀਂ ਲੱਗਦੇ। ਭਾਵ ਉਹਨਾਂ ਪਾਪ ਪੁੰਨਾਂ ਦਾ ਲੇਪ ਨਹੀਂ ਲੱਗਦਾ। ਉਹ ਨਿਰਲੇਪ ਹਨ। ਜੈਸੇ ਜਲ ਮਹਿ ਕਮਲ ਅਲੇਪ। ਭਾਈ, ਜਿਸ ਤਰ੍ਹਾਂ ਜਲ ਦੇ ਵਿੱਚ ਕਮਲ ਰਹਿੰਦਾ ਹੈ, ਉਹ ਨਿਰਲੇਪ ਰਹਿੰਦਾ ਹੈ। ਇਸ ਪ੍ਰਕਾਰ ਮਹਾਤਮਾ ਪਰਿਵਾਰ ਵਿੱਚ ਰਹਿੰਦੇ ਹੋਏ ਸ਼ਬਦ ਸੁਰਤ ਦੀ ਲਿਵ ਵਿੱਚ ਜੁੜੇ ਪਰਮੇਸ਼ਰ ਦੇ ਨਾਮ ਬਾਣੀ 'ਚ ਜੁੜੇ ਰਹਿੰਦੇ ਹਨ। ਕੌਲ ਵਾਂਗੂ ਨਿਰਲੇਪ ਰਹਿੰਦੇ ਹਨ। ਉਹਨਾਂ ਦੇ ਚਿੱਤ ਮੋਹ ਮਮਤਾ ਨਹੀਂ ਹੁੰਦੀ। ਉਹਨਾਂ 'ਚ ਕਿਸੇ ਪ੍ਰਕਾਰ ਦੀ ਵੀ ਕੋਈ ਵੀ ਮੋਹ ਮਮਤਾ ਨਹੀਂ ਹੁੰਦੀ। ਬ੍ਰਹਮ ਗਿਆਨੀ ਸਦਾ ਨਿਰਦੋਖ। ਜਿਹੜੇ ਬ੍ਰਹਮ ਵੇਤਾ ਹਨ, ਉਹ ਦੋਸ਼ਾਂ ਤੋਂ ਰਹਿਤ ਹੋਣਗੇ। ਉਹਨਾਂ ਨੂੰ ਕੋਈ ਦੋਸ਼ ਕਲੰਕ ਨਹੀਂ ਹੈ। ਜੈਸੇ ਸੂਰ ਸਰਬ ਕੋ ਸੋਖ। ਭਾਈ, ਜਿਵੇਂ ਸੂਰਜ ਆਪਣੀਆਂ ਕਿਰਨਾਂ ਨਾਲ ਸਾਰੀਆਂ ਗਿੱਲੀਆਂ ਥਾਵਾਂ ਨੂੰ ਸੁਖਾ ਦਿੰਦਾ ਹੈ, ਪਰ ਸੂਰਜ ਦੇ ਅੰਦਰ ਕੋਈ ਦੋਸ਼ ਨਹੀਂ ਹੁੰਦਾ। ਭਾਵ ਗੰਦਾ ਮੰਦਾ ਖਿੱਚਣੇ ਕਰਕੇ ਉਹ ਆਪ ਗੰਦਾ ਨਹੀਂ ਹੁੰਦਾ। ਇਸ ਪ੍ਰਕਾਰ ਮਹਾਤਮਾ ਸਦਾ ਦੋਸ਼ ਤੋਂ ਰਹਿਤ ਹੈ। ਉਹ ਸੂਰਜ ਦੀ ਨਿਆਈ ਆਪ ਹੈ। ਉਹ ਗਿਆਨ ਰੂਪੀ ਕਿਰਨਾਂ ਨਾਲ ਸਾਰਿਆਂ ਦੇ ਪਾਪਾਂ ਨੂੰ ਛੁਪਾ ਦਿੰਦੇ ਹਨ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਬ੍ਰਹਮ ਵੇਤਾ ਜਿਹੜੇ ਹਨ, ਉਹਨਾਂ ਦੀ ਨਿਗਾਹ ਇੱਕੋ ਜਿਹੀ ਹੈ। ਸਮਾਨ ਨਿਗਾਹ ਰੱਖਦੇ ਹਨ ਸਾਰਿਆਂ 'ਤੇ। ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਜਿਸ ਤਰ੍ਹਾਂ ਜਦੋਂ ਹਵਾ ਵਗਦੀ ਹੈ, ਭਾਵੇਂ ਕੋਈ ਰਾਜਾ ਹੋਵੇ, ਭਾਵੇਂ ਕੋਈ ਗਰੀਬ ਹੋਵੇ, ਸਾਰਿਆਂ ਨੂੰ ਇੱਕੋ ਜਿਹੀ ਪੌਣ ਹਵਾ ਲੱਗਦੀ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਪੌਣ ਦੀ ਨਿਆਈ ਸਾਰਿਆਂ ਵਿੱਚ ਇੱਕੋ ਜਿਹਾ ਵਗਦੇ ਆ। ਕੋਈ ਪਾਪੀ ਹੋਵੇ, ਕੋਈ ਪੁੰਨੀ ਹੋਵੇ, ਰਾਜਾ ਹੋਵੇ, ਕੰਗਾਲ ਹੋਵੇ, ਸਾਰਿਆਂ ਨੂੰ ਪਾਉਣ ਦੀ ਨਿਆਈ ਪਰਮ ਪਵਿੱਤਰ ਉਪਦੇਸ਼ ਇੱਕੋ ਜਿਹਾ ਲੱਗਦਾ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ। ਭਾਈ, ਬ੍ਰਹਮ ਗਿਆਨੀ 'ਚ ਧੀਰਜ ਜਿਹੜਾ ਗੁਣ ਹੈ, ਵਿਸ਼ੇਸ਼ ਗੁਣ ਹੈ। ਇਸ ਗੁਣ ਵਰਗਾ ਹੋਰ ਕਿਸੇ 'ਚ ਕੋਈ ਗੁਣ ਨਹੀਂ ਜਿਹੋ ਜਿਹਾ ਬ੍ਰਹਮ ਵੇਤੇ 'ਚ ਹੈ। ਜਿਵੇਂ ਸਾਈਂ ਮੀਆਂ ਮੀਰ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਪੁੱਛਿਆ ਕਿ ਮਹਾਰਾਜ, ਆਪ ਨੇ ਬਚਨ ਕੀਤਾ ਹੈ ਸੁਖਮਨੀ ਸਾਹਿਬ 'ਚ ਕਿ ਬ੍ਰਹਮ ਗਿਆਨੀ ਕੈ ਧੀਰਜ ਏਕ। ਇਹੋ ਜਿਹੇ ਬ੍ਰਹਮ ਗਿਆਨੀ ਦੇ ਦਰਸ਼ਨ ਹੋਣਗੇ। ਹਜ਼ੂਰ ਨੇ ਉਸ ਵੇਲੇ ਕਿਹਾ ਕਿ ਮੀਆਂ ਮੀਰ ਜੀ, ਤੇਰੀ ਭਾਵਨਾ ਕਿਤੇ ਕਰਤਾਰ ਪੂਰੀ ਕਰ ਦੇਵੇਗਾ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਾਇਮ ਰੱਖਣ ਵਾਸਤੇ ਜਹਾਂਗੀਰ ਬਾਦਸ਼ਾਹ ਕਹਿੰਦਾ ਸੀ ਕਿ ਇਹਦੇ ਵਿੱਚ ਪੈਗੰਬਰ ਦੀ ਸਿਫਤ ਲਿਖ ਦਿਓ, ਇਹਦੇ ਵਿੱਚ ਮੇਰੀ ਤਾਰੀਫ ਲਿਖ ਦਿਓ ਅਤੇ ਹਿੰਦੂ ਅਤੇ ਸਿੱਖ ਸਭ ਮੁਸਲਮਾਨ ਬਣ ਲਿਖੋ। ਗੁਰੂ ਸਾਹਿਬ ਨੇ ਕਿਹਾ ਕਿ ਸਾਡਾ ਤਾਂ ਮਤ ਇਹ ਹੈ, ਜੇ ਰਸੂਲ ਦੇ ਵੀ ਰੱਬ ਚੇਤੇ ਨਹੀਂ, ਨਰਕ 'ਚ ਪੈਣੋਂ ਉਹ ਵੀ ਨਹੀਂ ਰਹਿ ਸਕੇਗਾ। ਸੁਣ ਕੇ ਉਹ ਆਪਣੇ ਦੀਵਾਨ ਚੰਦੂ ਦੇ ਤਾਈਂ ਕਹਿੰਦਾ ਕਿ ਤੇਰਾ ਨਾਤਾ ਨਹੀਂ ਇਹਨਾਂ ਪ੍ਰਵਾਨ ਕੀਤਾ, ਤੂੰ ਵੈਰ ਲੈ ਲੈ। ਸਤਿਗੁਰੂ ਸਾਹਿਬ ਨੂੰ ਹਵਾਲੇ ਕਰ ਦਿੱਤਾ ਅਤੇ ਗੁਰੂ ਸਾਹਿਬ ਨੂੰ ਕੈਦ ਕਰਕੇ ਤਸੀਹੇ ਦਿੱਤੇ ਜਾਣ ਲੱਗੇ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਮੀਆਂ ਮੀਰ ਆਇਆ, ਹਜ਼ੂਰ ਤੱਤੀ ਲੋਹ ਦੇ ਉੱਤੇ ਬੈਠੇ ਆ, ਗਰਮ ਰੇਤਾ ਆਪ ਦੇ ਉੱਪਰ ਪੈ ਰਿਹਾ। ਉਸ ਵਕਤ ਮੀਆਂ ਮੀਰ ਧਾਹਾਂ ਮਾਰ ਕੇ ਬੇਹੋਸ਼ ਹੋ ਕੇ ਡਿੱਗ ਪਿਆ। ਮਹਾਰਾਜ ਕਹਿੰਦੇ ਕਿ ਮੀਆਂ ਜੀ,
ਸਾਈਂ ਮੀਆਂ ਮੀਰ ਜੀ, ਕਿਉਂ ਘਬਰਾਉਂਦੇ ਹੋ? ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਇਹ ਵੇਖ ਧੀਰਜ ਹੈ ਕਿ ਨਹੀਂ। ਜਿਉ ਬਸੁਦਾ ਕਉ ਖੋਦੈ ਕਉ ਚੰਦਨ ਲੇਪ। ਭਾਈ, ਜਿਵੇਂ ਧਰਤੀ ਨੂੰ ਕੋਈ ਪੁੱਟੀ ਜਾਵੇ, ਕੋਈ ਚੰਦਨ ਦਾ ਲੇਪ ਕਰੀ ਜਾਵੇ, ਹੈ ਧਰਤੀ ਵਿੱਚ ਕੋਈ ਕਿਸੇ ਪ੍ਰਕਾਰ ਦਾ ਖੇਦ ਜਾਂ ਦੁੱਖ, ਇਸੇ ਪ੍ਰਕਾਰ ਦੇਹ ਨੂੰ ਸਾਡੀ ਕੋਈ ਭਾਵੇਂ ਪੂਜਾ ਕਰੀ ਜਾਵੇ। ਜਿਵੇਂ ਹਰਿਮੰਦਰ ਸਾਹਿਬ 'ਚ ਬੈਠੇ ਹੀ ਇਵੇਂ ਤੱਤੀ ਲੋਹ 'ਤੇ ਬੈਠੇ ਹਾਂ। ਜਿਵੇਂ ਸਾਡੇ 'ਤੇ ਚੌਰ ਹੁੰਦਾ ਸੀ, ਇਉਂ ਰੇਤਾ ਪੈਂਦਾ ਪ੍ਰਤੀਤ ਹੁੰਦਾ। ਇੰਨੇ ਆਨੰਦ 'ਚ ਅਸੀਂ ਤੂੰ ਕਿਉਂ ਘਬਰਾਉਂਦਾ ਹੈ? ਕਹਿੰਦਾ ਮੀਆਂ ਮੀਰ, ਆਪ ਆਗਿਆ ਕਰੋ, ਮੈਂ ਇਹ ਜ਼ੁਲਮ ਦਾ ਰਾਜ ਖਤਮ ਕਰ ਦਿੰਦਾ ਹਾਂ। ਮਹਾਰਾਜ ਨੇ ਦਿਖਾਏ 33 ਕਰੋੜ ਦੇਵਤੇ। ਕਹਿੰਦੇ ਇਹ ਵੀ ਆਗਿਆ ਹੀ ਮੰਗਣ ਲਈ ਆਏ ਆ। ਕਹਿੰਦੇ ਆਗਿਆ ਦਿਓ। ਹਜ਼ੂਰ ਕਹਿੰਦੇ ਭਈ ਸਾਡੀ ਖੇਲ 'ਚ ਦਖਲ ਨਾ ਦਿਓ, ਅਸੀਂ ਬ੍ਰਹਮ ਗਿਆਨੀ ਦੇ ਲੱਖਣ ਕਰਕੇ ਵਿਖਾ ਰਹੇ ਹਾਂ। ਸੋ ਕਰਤਾਰ ਦੀ ਰਜਾ 'ਚ ਅਸੀਂ ਪ੍ਰਸੰਨ ਹਾਂ। ਆਪਣੀ ਵੱਲੋਂ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿਣਾ। ਇਹ ਹੈ ਸਤਿਗੁਰੂ ਜੀ ਦਾ ਮਿਸ਼ਨ, ਆਪ ਵਰਤਾ ਕੇ ਦੱਸਿਆ ਸੱਚੇ ਪਾਤਸ਼ਾਹ ਜੀ ਨੇ। ਬ੍ਰਹਮ ਗਿਆਨੀ ਕਾ ਇਹ ਗੁਨਾਹ। ਭਾਈ, ਬ੍ਰਹਮ ਗਿਆਨੀ ਦੇ ਅੰਦਰ ਇਹੋ ਹੀ ਗੁਣ ਆਇਆ ਹੋਇਆ, ਉਪਕਾਰ ਵਾਲਾ। ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਅਗਨੀ ਦਾ ਸਹਿਜੇ ਸੁਭਾਅ ਹੈ, ਜਦੋਂ ਅੱਗ ਮੱਚਦੀ ਹੈ ਤਾਂ ਪਾਲਾ ਦੂਰ ਕਰ ਦਿੰਦੀ ਹੈ, ਤਿਵੇਂ ਜਿਹੜਾ ਮਹਾਰਾਜ ਦੇ ਕੋਲੇ ਆ ਜਾਵੇ, ਉਹਦਾ ਪਾਪਾਂ ਦਾ ਪਾਲਾ ਦੂਰ ਕਰ ਦਿੰਦੀ ਹੈ। ਜਦੋਂ ਅੱਗ ਮੱਚਦੀ ਹੈ, ਹਨੇਰਾ ਚੱਕ ਦਿੰਦੀ ਹੈ ਤਾਂ ਚਾਨਣ ਕਰ ਦਿੰਦੀ ਹੈ। ਇਉਂ ਜਦੋਂ ਕੋਈ ਬ੍ਰਹਮ ਵੇਤੇ ਦੀ ਸ਼ਰਨ ਆਉਂਦਾ ਹੈ, ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਆ। ਇਉਂ ਅਗਨੀ ਵਰਗਾ ਸੁਭਾਅ ਹੈ ਮਹਾਰਾਜ ਸਾਹਿਬ ਜੀ ਦਾ, ਸਦਾ ਨਿਰਲੇਪ ਰਹਿੰਦੇ ਹਨ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ। ਭਾਈ, ਬ੍ਰਹਮ ਗਿਆਨੀ ਜਿਹੜੇ ਨੇ ਨਿਰਮਲ, ਉਹ ਉਜਲ ਤੋਂ ਉਜਲ ਹੋਣਗੇ, ਪਵਿੱਤਰ ਤੋਂ ਪਵਿੱਤਰ ਹਨ। ਜੈਸੇ ਮੈਲ ਨਾ ਲਾਗੈ ਜਲਾ। ਜਿਸ ਪ੍ਰਕਾਰ ਜਲ ਜਿਹੜਾ ਹੈ ਉਹ ਸਾਰੀਆਂ ਮੈਲਾਂ ਨੂੰ ਧੋ ਕੇ ਫਿਰ ਨਿਰਮਲ ਦਾ ਨਿਰਮਲ ਰਹਿੰਦਾ ਹੈ, ਟਿਕਿਆ ਹੋਇਆ। ਉਹਨੂੰ ਜਲ ਨੂੰ ਮੈਲ ਨਹੀਂ ਜਿਵੇਂ ਲੱਗਦੀ, ਇਵੇਂ ਬ੍ਰਹਮ ਵੇਤਾ ਸਾਰਿਆਂ ਦੇ ਪਾਪਾਂ ਦੀ ਮੈਲ ਧੋ ਕੇ ਫਿਰ ਉਜਲ ਦਾ ਉਜਲ ਰਹਿੰਦਾ ਹੈ। ਬ੍ਰਹਮ ਗਿਆਨੀ ਕੈ ਮਨ ਹੋਏ ਪਰਗਾਸ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਹਨ, ਉਹਨਾਂ ਦੇ ਮਨ ਵਿੱਚ ਐਸਾ ਪ੍ਰਕਾਸ਼ ਹੁੰਦਾ ਹੈ, ਜੈਸੇ ਧਰ ਉਪਰ ਆਕਾਸ। ਜਿਸ ਪ੍ਰਕਾਰ ਧਰਤੀ ਦੇ ਉੱਪਰ ਵੀ ਆਕਾਸ਼ ਹੁੰਦਾ ਹੈ, ਧਰਤੀ ਦੇ ਥੱਲੇ ਵੀ ਆਕਾਸ਼ ਹੁੰਦਾ ਹੈ, ਇਸੇ ਪ੍ਰਕਾਰ ਬ੍ਰਹਮ ਗਿਆਨੀ ਦੇ ਮਨ 'ਚ ਵਾਹਿਗੁਰੂ ਦਾ ਇਹੋ ਜਿਹਾ ਪ੍ਰਕਾਸ਼ ਹੈ। ਧਰਤੀ ਇਹ ਦੇਹ ਦੇ ਉੱਪਰ ਵੀ ਪਰਮੇਸ਼ਰ ਹੈ ਅਤੇ ਥੱਲੇ ਵੀ ਸਾਰੇ ਦੇਹ ਦੇ ਅੰਦਰ ਵੀ ਪਰਮੇਸ਼ਰ ਹੈ। ਸਾਰੇ ਹੀ ਪਰਮੇਸ਼ਰ ਦੇ ਪ੍ਰਕਾਸ਼ ਸਰੂਪ ਨੂੰ ਦੇਖਦੇ ਹਨ। ਹੇਠ ਉੱਪਰ ਸਰੀਰ ਦੇ, ਅੰਦਰ ਬਾਹਰ ਸਾਰੇ ਚਿਰੰਕਾਲ ਪਰਮੇਸ਼ਰ ਹੀ ਵੇਖਦੇ ਆ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ। ਜੋ ਬ੍ਰਹਮ ਗਿਆਨੀ ਹੈ, ਉਹ ਕਿਸੇ ਨਾਲ ਮਿੱਤਰਤਾਈ ਕਰੀ ਜਾਵੇ, ਕਿਸੇ ਨਾਲ ਵੈਰ ਕਰੀ ਜਾਵੇ, ਇੱਕੋ ਜਿਹੀ ਦ੍ਰਿਸ਼ਟੀ ਹੈ ਉਹਨਾਂ ਦੇ ਅੰਦਰ। ਜਿਵੇਂ ਭਾਈ ਰਾਮ ਕੋਇਰ ਜੀ ਹੋਏ ਆ। ਇੱਕ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਸਨ, ਰਮਦਾਸ ਨਗਰ ਵਿੱਚ। ਇਹਨਾਂ ਦਾ ਪਠਾਨ ਘਰ-ਬਾਰ ਲੁੱਟ ਕੇ ਸਾਰਾ ਕੁਝ ਲੈ ਗਏ। ਸੂਬਾ ਲਾਹੌਰ ਇਹਨਾਂ ਦੇ ਪ੍ਰਤਾਪ ਨੂੰ ਜਾਣਦਾ ਸੀ। ਉਹ ਦਰਸ਼ਨ ਕਰਨ ਵਾਸਤੇ ਆਇਆ। ਬਾਬਾ ਜੀ ਸਮਾਧੀ 'ਚ ਬੈਠੇ ਸਨ। ਖੜਾ ਰਿਹਾ,
ਰਮਦਾਸ ਨਗਰ ਦੇ ਸਾਹਮਣੇ। ਉਸ ਨੂੰ ਕਿਹਾ ਕਿ ਬਾਬਾ ਜੀ ਨੇ ਬੁਲਾਏ ਬਿਨਾਂ ਬੋਲਣਾ ਨਹੀਂ ਹੈ। ਪਰ ਉਸ ਨੇ ਬੁਲਾਇਆ। ਬਾਬਾ ਜੀ, ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹਾਂ। ਅੱਖਾਂ ਦੀਆਂ ਪਲਕਾਂ ਖੋਲ੍ਹ ਕੇ ਕਹਿਣ ਲੱਗੇ, ਕਹੋ ਭਾਈ, ਕੀ ਕਹਿਣਾ ਹੈ? ਕਹਿਣ ਲੱਗਾ, ਜੀ ਪਠਾਨ ਤੁਹਾਡਾ ਸਭ ਕੁਝ ਲੁੱਟ ਕੇ ਲੈ ਗਏ ਆ। ਤੁਸੀਂ ਮੈਨੂੰ ਦੱਸੋ ਕਿਹੜੇ ਕਿਹੜੇ ਪਦਾਰਥ ਗਏ ਆ, ਮੈਂ ਸਹੀ ਕਰਕੇ ਉਹਨਾਂ ਤੋਂ ਵਾਪਸ ਕਰਾਵਾਂ। ਬਾਬਾ ਜੀ ਕਹਿਣ ਲੱਗੇ, ਸਾਡਾ ਤਾਂ ਕੁਛ ਵੀ ਨਹੀਂ ਗਿਆ। ਨਿਗਾਹ ਮਾਰ ਕੇ ਵੇਖਿਆ ਕਿ ਵਾਜਿਆਂ ਦੇ ਅੱਡੇ ਨਹੀਂ ਸਨ, ਸੰਗਮਰਮਰ ਦੇ। ਕਹਿੰਦੇ, ਕੋਈ ਲੈ ਗਿਆ ਸ਼ਾਇਦ, ਤੂੰ ਵਾਪਸ ਹੁੰਦੇ ਤਾਂ ਕਰਾ ਦੇ। ਸੂਬਾ ਹੈਰਾਨ ਹੋ ਕੇ ਕਹਿੰਦਾ, ਘਰ ਦੇ ਭਾਂਡੇ ਵੀ ਨਹੀਂ ਛੱਡੇ, ਸਭ ਕੁਝ ਲੁੱਟ ਕੇ ਲੈ ਗਏ ਆ। ਇਹਨਾਂ ਦੀ ਨਿਗਾਹ ਦੇਖੋ, ਜਿੰਨੀ ਸਾਹਮਣੇ ਆਈ ਉਹ ਹੀ ਚੇਤੇ ਰੱਖੀ, ਹੋਰ ਕੁਛ ਨਹੀਂ ਦੱਸਿਆ। ਦੇਖੋ ਕਿੱਡੇ ਮਸਤ ਹਨ। ਫਿਰ ਲਾਹੌਰ ਨੂੰ ਲੈ ਗਿਆ। ਲਾਹੌਰ ਤੋਂ ਸਾਰੀ ਚੀਜ਼ ਵਾਪਸ ਕਰਾਤੀ। ਵਾਪਸ ਕਰਾਉਣ ਤੋਂ ਬਾਬਾ ਜੀ ਕਹਿਣ ਲੱਗੇ, ਇਹ ਤਾਂ ਰਮਦਾਸ ਨਗਰ ਦੀ ਜਿਹੜੀ ਚੀਜ਼ ਸੀ ਉਹ ਤਾਂ ਵਾਪਸ ਕਰਾਤੀ। ਜਦੋਂ ਲਾਹੌਰ ਲੁੱਟਿਆ ਗਿਆ ਉਦੋਂ ਕੌਣ ਵਾਪਸ ਕਰਾਊਗਾ? ਸੂਬਾ ਕਹਿਣ ਲੱਗਾ, ਮਹਾਰਾਜ, ਇਹ ਕੀ ਸਰਾਪ ਦਿੰਦੇ ਹੋ? ਬਾਬਾ ਜੀ ਕਹਿਣ ਲੱਗੇ, ਪੁੱਛਦੇ ਆ, ਜਦੋਂ ਲਾਹੌਰ ਲੁੱਟਿਆ ਗਿਆ ਉਦੋਂ ਕੀ ਹਾਲ ਹੋਊ? ਇਹ ਬਚਨ ਸੁਣ ਕੇ ਸੂਬਾ ਪੈਰੀਂ ਪੈ ਗਿਆ। ਫਿਰ ਬੋਲਿਆ ਨਹੀਂ ਕੁਛ। ਇਉਂ ਬ੍ਰਹਮਵੇਤੇ ਨਾਲ ਕੋਈ ਮਿੱਤਰਤਾ ਕਰੀ ਜਾਵੇ, ਕੋਈ ਦੁਸ਼ਮਣੀ ਕਰੀ ਜਾਵੇ, ਇੱਕੋ ਜਿਹੀ ਨਿਗਾਹ ਰੱਖਦੇ ਹਨ, ਸਮਾਨ ਦ੍ਰਿਸ਼ਟੀ ਹੈ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਭਾਈ ਬ੍ਰਹਮਵੇਤੇ ਦੇ ਹਿਰਦੇ ਵਿੱਚ ਹੰਕਾਰ ਨਹੀਂ ਕਿਸੇ ਪ੍ਰਕਾਰ ਦਾ ਵੀ। ਬ੍ਰਹਮ ਗਿਆਨੀ ਊਚ ਤੇ ਊਚਾ। ਜਿਹੜੇ ਬ੍ਰਹਮ ਗਿਆਨੀ ਉੱਚਿਆਂ ਤੋਂ ਵੀ ਉੱਚੇ, ਬ੍ਰਹਮਾ ਆਦਿਕ ਦੇ ਦਰਜੇ ਉਹਨਾਂ ਤੋਂ ਵੀ ਉੱਚੇ ਹਨ। ਬ੍ਰਹਮਾ ਰਜੋਗੁਣੀ ਪ੍ਰਧਾਨਤਾ ਵਾਲਾ, ਵਿਸ਼ਨੂੰ ਸਤੋਗੁਣੀ ਪ੍ਰਧਾਨਤਾ ਵਾਲਾ, ਸ਼ਿਵਜੀ ਤਮੋਗੁਣੀ ਪ੍ਰਧਾਨਤਾ ਵਾਲਾ। ਇਹ ਉੱਚੇ ਜਿੰਨੇ ਵੱਡੇ ਮੰਨੇ ਸਾਰਿਆਂ ਤੋਂ ਉੱਚੇ ਹਨ। ਮਨ ਆਪਣੈ ਹੈ ਸਭ ਤੇ ਨੀਚਾ। ਭਾਈ ਮਨ ਕਰਕੇ, ਪਰ ਉਹ ਸਭ ਤੋਂ ਨੀਵੇਂ ਹਨ, ਆਪਣੇ ਆਪ ਨਹੀਂ ਬਣਦੇ ਕੁਛ। ਬ੍ਰਹਮ ਗਿਆਨੀ ਸੇ ਜਨ ਭਏ। ਸਾਧ ਸੰਗਤ ਜੀ, ਉਹ ਪੁਰਖ ਭਏ ਹਨ। ਮਹਾਰਾਜ ਕਹਿੰਦੇ ਹਨ, ਨਾਨਕ ਜਿਨ ਪ੍ਰਭ ਆਪ ਕਰੇ। ਭਾਈ ਜਿਨ੍ਹਾਂ ਦੇ ਤਾਈਂ ਆਪ ਮੇਰਾ ਵਾਹਿਗੁਰੂ ਸਤਿਗੁਰੂ ਜੀ ਕਹਿੰਦੇ ਕਰ ਦਿੰਦਾ ਹੈ ਮਿਹਰ। ਬ੍ਰਹਮ ਗਿਆਨੀ ਸਗਲ ਕੀ ਰੀਨਾ। ਬ੍ਰਹਮ ਗਿਆਨੀ ਤਾਂ ਭਾਈ ਸਾਰਿਆਂ ਦੀ ਚਰਨਾਂ ਦੀ ਧੂੜ ਹਨ। ਆਤਮ ਰਸ ਬ੍ਰਹਮ ਗਿਆਨੀ ਚੀਨਾ। ਪਰਮਾਤਮਾ ਦਾ ਜੋ ਆਨੰਦ ਹੈ ਬ੍ਰਹਮ ਗਿਆਨੀ ਨੇ ਹੀ ਜਾਣਿਆ, ਹੋਰ ਕੋਈ ਨਹੀਂ ਜਾਣ ਸਕਦਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ। ਬ੍ਰਹਮਵੇਤਾ ਤਾਂ ਸਾਰਿਆਂ ਤੇ ਮਿਹਰਬਾਨੀ ਕਰਦੇ ਹਨ, ਕਿਰਪਾ ਦ੍ਰਿਸ਼ਟੀ ਕਰਦੇ ਹਨ। ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ। ਭਾਈ ਬ੍ਰਹਮਵੇਤਾ ਤੋਂ ਕਿਸੇ ਦਾ ਬੁਰਾ ਨਹੀਂ ਹੁੰਦਾ, ਸਭਨਾਂ ਦਾ ਹੀ ਭਲਾ ਚਾਹੁੰਦੇ ਹਨ। ਬ੍ਰਹਮ ਗਿਆਨੀ ਸਦਾ ਸਮਦਰਸੀ। ਬ੍ਰਹਮਵੇਤਾ ਜਿਹੜੇ ਸਦਾ ਇੱਕੋ ਜਿਹਾ ਦਰਸ਼ਨ ਕਰਦੇ ਹਨ, ਸਮਦਰਸੀ ਹਨ, ਪਰਮੇਸ਼ਰ ਨੂੰ ਵੇਖਦੇ ਹਨ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਦੀ ਨਿਗਾਹ 'ਚੋਂ ਅੰਮ੍ਰਿਤ ਵਰਦਾ ਹੈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਜਿਸ ਵਕਤ ਸਮਾਧੀ ਖੋਲ੍ਹਿਆ ਕਰਦੇ, ਰੋਗੀ ਆ ਕੇ ਖਡੂਰ ਸਾਹਿਬ ਸਾਹਮਣੇ ਖੜੇ ਹੋ ਜਾਇਆ ਕਰਦੇ। ਨਿਗਾਹ ਪੈਣ ਤੋਂ ਜਿਹੜੇ ਮੰਜੀਆਂ ਤੇ ਲਿਆਂਦੇ ਹੁੰਦੇ
ਉਹ ਸਾਰੇ ਰਾਜੀ ਹੋ ਕੇ ਚੱਲ ਕੇ ਜਾਂਦੇ। ਇਹੋ ਜਿਹੀ ਅੰਮ੍ਰਿਤ ਭਰੀ ਨਿਗਾਹ ਗੁਰੂ ਸਾਹਿਬ ਜੀ ਵਰਸਾਉਂਦੇ ਹਨ। ਇਹ ਬ੍ਰਹਮ ਗਿਆਨੀਆਂ ਦੇ ਲੱਛਣ ਹਨ। ਮ੍ਰਿਤੂ ਤੋਂ ਰਹਿਤ ਕਰਨ ਵਾਲੀ ਦ੍ਰਿਸ਼ਟੀ ਮਹਾਰਾਜ ਸਾਹਿਬ ਵਰਸਾਉਂਦੇ ਹਨ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਜੋ ਬ੍ਰਹਮ ਵੇਤੇ ਹਨ ਉਹ ਜੰਮਣ ਮਰਨ ਦੇ ਬੰਧਨਾਂ ਤੋਂ ਛੁੱਟੇ ਹੋਏ ਹਨ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਭਾਈ ਜੋ ਬ੍ਰਹਮ ਗਿਆਨੀ ਹਨ ਉਹਨਾਂ ਦੀ ਉਜਲ ਜੁਗਤ ਮਰਿਆਦਾ ਹੈ। ਤਰੀਕਾ ਜਿਹੜਾ ਹੈ, ਜੁਗਤੀਆਂ ਉਹ ਮੈਲ ਤੋਂ ਰਹਿਤ ਕਰਨ ਵਾਲੀਆਂ ਹਨ, ਨਿਰਮਲ ਹਨ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਬ੍ਰਹਮ ਗਿਆਨੀਆਂ ਦਾ ਗਿਆਨ ਹੀ ਭੋਜਨ ਹੈ। ਗਿਆਨ ਰੂਪੀ ਖੁਰਾਕ ਖਾ ਕੇ ਤ੍ਰਿਪਤ ਰਹਿੰਦੇ ਹਨ। ਅੰਨ ਪਾਣੀ ਤਾਂ ਸਰੀਰ ਦਾ ਆਧਾਰ ਹੈ, ਪਰ ਉਹਨਾਂ ਦੇ ਹਿਰਦੇ ਅੰਦਰ ਨਾਮ ਦਾ ਹੀ ਆਧਾਰ ਹੈ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਸਤਿਗੁਰੂ ਸਾਹਿਬ ਜੀ ਕਹਿੰਦੇ, ਜੋ ਬ੍ਰਹਮ ਗਿਆਤੇ ਹਨ ਉਹਨਾਂ ਦਾ ਬ੍ਰਹਮ ਸਰੂਪ ਵਿੱਚ ਧਿਆਨ ਲੱਗਾ ਹੋਇਆ ਹੈ। ਬ੍ਰਹਮ ਗਿਆਨੀ ਏਕ ਊਪਰ ਆਸ। ਭਾਈ ਜਿਹੜੇ ਬ੍ਰਹਮ ਗਿਆਨੀ ਹਨ ਉਹਨਾਂ ਦੀ ਇੱਕ ਅਕਾਲ ਪੁਰਖ ਦੇ ਉੱਪਰ ਹੀ ਆਸ ਹੈ ਤੇ ਇੱਕ ਆਸਾ ਤੋਂ ਉੱਪਰ ਹੋ ਗਏ ਹੋ। ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਬ੍ਰਹਮ ਵੇਤਿਆਂ ਦਾ ਕਦੇ ਨਾਸ਼ ਨਹੀਂ ਹੁੰਦਾ। ਇੱਕ ਬ੍ਰਹਮ ਵੇਤੇ ਸਨ ਮਹਾਂਪੁਰਖ। ਉਹਨਾਂ ਦੇ ਤਾਈਂ ਕਿਸੇ ਸ਼ਾਹੂਕਾਰ ਨੇ ਲਾਲਚ ਵਿੱਚ ਆ ਕੇ ਕਤਲ ਕਰ ਦਿੱਤਾ। ਜਦੋਂ ਕਸਾਈ ਨੂੰ ਦੇ ਦਿੱਤਾ ਮਾਸ ਵੇਚਣ ਲੱਗਾ, ਉਸ ਵੇਲੇ ਕਸਾਈ ਨੂੰ ਆ ਕੇ ਕਿਸੇ ਸਿਪਾਹੀ ਨੇ ਪੁੱਛਿਆ, ਮਾਸ ਤੇਰੇ ਕੋਲ ਕੋਈ ਹੈ ਸ਼ੇਰ? ਉਹ ਕਹਿੰਦਾ, ਸ਼ੇਰ ਤਾਂ ਨਹੀਂ ਪਾਈਆ ਹੈ। ਸੰਤਾਂ ਨੇ ਕਿਹਾ, ਸੰਤ ਸ਼ੇਰ ਹੁੰਦੇ ਪਾਈਆ ਨਹੀਂ। ਇਹ ਕਹਿਣ ਤੋਂ ਸਿਪਾਹੀ ਕਹਿਣ ਲੱਗਾ, ਤੂੰ ਕੌਣ ਹੈ? ਜਿਉਂਦਾ ਹੋ ਸਕਦਾ? ਮਹਾਂਪੁਰਖ ਕਹਿੰਦੇ, ਸਾਡਾ ਕੀ ਵਿਗੜਿਆ? ਸਾਡੇ ਉੱਤੇ ਚਾਦਰ ਪਾ ਕੇ ਮਹਾਰਾਜ ਦਾ ਨਾਮ ਉਚਾਰੋ। ਕਹਿੰਦੇ ਸਿਪਾਹੀ ਨੇ ਨਾਮ ਉਚਾਰਿਆ ਤੇ ਜਿਉਂਦੇ ਹੋ ਗਏ। ਕਹਿੰਦਾ, ਜੀ ਇਸ ਕਸਾਈ ਨੂੰ ਦੱਸੋ ਕੀ ਦੰਡ ਦੇਈਏ? ਉਸ ਵੇਲੇ ਮਹਾਂਪੁਰਖਾਂ ਨੇ ਕੋਈ ਬਚਨ ਨਹੀਂ ਕੀਤਾ, ਬਖਸ਼ ਦਿੱਤਾ ਸੀ। ਇਸੇ ਪ੍ਰਕਾਰ ਬ੍ਰਹਮ ਗਿਆਨੀਆਂ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ। ਜਿਹੜੇ ਬ੍ਰਹਮ ਗਿਆਨੀ ਹਨ ਉਹਨਾਂ ਦੇ ਗਰੀਬੀ ਹਰ ਵਕਤ ਹਿਰਦੇ 'ਚ ਸਮਾਈ ਰਹਿੰਦੀ ਹੈ। ਨਿਮਰਤਾ ਦੇ ਸਮੁੰਦਰ ਹੁੰਦੇ ਹਨ। ਸਮਾਹਾ, ਉਹਨਾਂ ਦੇ ਹਿਰਦੇ ਵਿੱਚ ਆਨੰਦ ਬਣਿਆ ਰਹਿੰਦਾ ਹੈ। ਸਮਾਹਾ ਬਣਿਆ ਰਹਿੰਦਾ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਭਾਈ ਬ੍ਰਹਮ ਗਿਆਨੀ ਪਰ ਉਪਕਾਰ ਦਾ ਉਤਸ਼ਾਹ ਰੱਖਦੇ ਹਿਰਦੇ ਵਿੱਚ। ਹਰ ਵਕਤ ਦੁਸ਼ਮਣਾਂ ਦੇ ਉੱਤੇ ਵੀ ਪਰਉਪਕਾਰ ਸਹਾਇਤਾ ਕਰਦੇ ਹਨ। ਬ੍ਰਹਮ ਗਿਆਨੀ ਕੈ ਨਾਹੀ ਧੰਦਾ। ਪਰ ਬ੍ਰਹਮ ਗਿਆਨੀ ਦੇ ਮਨ ਵਿੱਚ ਧੰਦਾ ਨਹੀਂ ਹੈ। ਮਨ ਤੇ ਬਿਸਰਿਓ ਸਗਲੋ ਧੰਦਾ, ਗੁਰ ਕੀ ਚਰਣੀ ਲਾਏ। ਉਹਨਾਂ ਦੇ ਅੰਦਰ ਮਨ ਦੀ ਦੌੜ ਨਹੀਂ। ਜਿਵੇਂ ਆਪਾਂ ਵਿਹਲੇ ਬੈਠੇ ਰਹੀਏ, ਧੰਦਾ ਕਰਦੇ ਰਹੀਏ, ਉਹ ਸਰੀਰ ਕਰਕੇ ਪਰਉਪਕਾਰ ਦਾ ਉਤਸ਼ਾਹ ਹੈ। ਉਹ ਕੋਈ ਵੀ ਧੰਦਾ ਕਰਦੇ ਹੋਏ ਨਹੀਂ ਕਰਦੇ ਹਨ। ਬ੍ਰਹਮ ਗਿਆਨੀ ਲੇ ਧਾਵਤ ਬੰਦਾ। ਇੱਥੇ ਖਿਆਲ ਰੱਖਣ ਯੋਗ ਇਹ ਬਚਨ ਹੈ ਕਿ ਅਸੀਂ ਜਿਵੇਂ ਸਾਡੀ ਕਈ ਵਾਰੀ ਬੋਲਣ ਦੀ ਲੈ ਬਣੀ ਹੁੰਦੀ ਹੈ, ਅਸੀਂ ਜਿੱਥੇ ਲਾਮ ਲੱਗੀ ਉਸ ਨੂੰ ਦੁਲਾਮ ਬੋਲ ਜਾਂਦੇ ਹਾਂ, ਜਿੱਥੇ ਦੁਲਾਮ ਲੱਗੀ ਹੁੰਦੀ ਉੱਥੇ ਅਸੀਂ ਲਾਮ ਬੋਲ ਜਾਂਦੇ। ਸੋ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ ਬਾਣੀ ਪੜ੍ਹਦਿਆਂ। ਖਾਸ ਕਰਕੇ ਇੱਥੇ ਆਇਆ ਹੈ ਬ੍ਰਹਮ ਗਿਆਨੀ ਲੇ ਧਾਵਤ ਬੰਦਾ, ਲੱਲੇ ਨੂੰ ਲਾਮ ਲੱਗੀ ਹੈ ਇੱਕ।
ਦੁਲਾਮ ਨਹੀਂ ਲੱਗੀ। ਬਹੁਤਾਤ ਵਿੱਚ ਮੈਂ ਸੁਣਦਾ ਹਾਂ, ਪੜ੍ਹਦਿਆਂ ਵੇਖੀਦਾ ਹੈ ਕਿ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਪੜ ਜਾਂਦੇ ਹਨ। ਇੱਥੇ ਲੈ ਨਹੀਂ, ਲੇ ਹੈ। ਸਤਿਗੁਰੂ ਫਰਮਾਉਂਦੇ, ਭਾਈ ਬ੍ਰਹਮ ਗਿਆਨੀਆਂ ਨੇ ਮਨ ਜਿਹੜਾ ਦੌੜਦਾ ਫਿਰਦਾ ਸੀ ਲਿਆ ਕੇ ਕੈਦੀ ਕਰ ਲਿਆ, ਬੰਨ ਲਿਆ ਸਮਦਮ ਸਾਧਨਾ ਦੇ ਨਾਲ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ। ਬ੍ਰਹਮ ਗਿਆਨੀਆਂ ਦੇ ਜੋ ਕੁਝ ਹੁੰਦਾ ਹੈ ਭਲਾ ਹੀ ਹੁੰਦਾ ਹੈ, ਰਜਾ ਵਿੱਚ ਚੱਲਦੇ ਹਨ। ਬ੍ਰਹਮ ਗਿਆਨੀ ਸੋ ਫਲ ਫਲਾ। ਭਾਈ ਬ੍ਰਹਮ ਗਿਆਨੀ ਸਹਿਤ ਗਿਆਨ ਫਲਦੇ ਆ। ਸ਼ਰਵਣ ਗਿਆਨ, ਮੰਨਣ ਗਿਆਨ, ਅਧਿਆਸਣ ਕਰਕੇ ਸ੍ਰੇਸ਼ਟ ਫਲਾਂ ਕਰਕੇ ਫਲਦੇ ਹਨ। ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਬ੍ਰਹਮ ਗਿਆਨੀਆਂ ਦੀ ਸੰਗਤ ਕਰਨ ਵਾਲਿਆਂ ਦਾ ਸਾਰਿਆਂ ਦਾ ਉਧਾਰ ਹੋ ਜਾਂਦਾ ਹੈ, ਜੋ ਸੰਗਤ ਕਰੇਗਾ। ਬ੍ਰਹਮ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਸਤਿਗੁਰੂ ਸਾਹਿਬ ਜੀ ਕਹਿੰਦੇ, ਬ੍ਰਹਮ ਵੇਤਿਆਂ ਦਾ ਸਾਰਾ ਹੀ ਸੰਸਾਰ ਜਾਪ ਕਰਦਾ ਹੈ। ਬ੍ਰਹਮ ਰੂਪ ਹਨ ਉਹ ਐਸੇ ਬ੍ਰਹਮ ਗਿਆਨੀ। ਸੋ ਸਾਧ ਸੰਗਤ ਜੀ, ਇਹ ਸੀ 8ਵੀਂ ਪੌੜੀ 8ਵੀਂ ਅਸ਼ਟਪਦੀ ਦੇ 4 ਪਦਿਆਂ ਤੱਕ ਵਿਚਾਰ। ਸੋ ਬਾਕੀ ਦੀ ਇਸ ਅਸ਼ਟਪਦੀ ਦੀ ਵਿਚਾਰ ਅਸੀਂ ਲੜੀਵਾਰ ਕੱਲ ਨੂੰ ਕਰਾਂਗੇ। ਸੋ ਆਪ ਦਾ ਬਹੁਤ ਬਹੁਤ ਧੰਨਵਾਦ। ਬੜੀ ਹੀ ਲਗਨ ਪ੍ਰੇਮ ਦੇ ਨਾਲ, ਸ਼ਿੱਦਤਾ ਦੇ ਨਾਲ ਆਪ ਸਰਵਣ ਕਰ ਰਹੇ ਹੋ। ਸੋ ਗੁਰਬਾਣੀ ਸਾਹਿਬ ਜੀ ਨੂੰ ਪੜ੍ਹਦਿਆਂ ਵਿਚਾਰ ਕਰਦਿਆਂ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਪਿਤਾ ਹਨ, ਬਖਸ਼ ਲੈਣ। ਅੱਗੇ ਤੋਂ ਸੁਧ ਸਪਸ਼ਟ ਵਿਚਾਰ, ਸੁਧ ਸਪਸ਼ਟ ਗੁਰਬਾਣੀ ਪੜ੍ਹਨ ਸੁਣਨ ਨੂੰ ਬਖਸ਼ਣ। ਸਾਡੇ ਸਾਰਿਆਂ 'ਤੇ ਮਿਹਰਾਂ ਭਰਿਆ ਹੱਥ ਰੱਖਣ। ਔਰ ਸਾਧ ਸੰਗਤ ਜੀ, ਭੁੱਲਾਂ ਨਾ ਚਿਤਾਰਨੀਆਂ ਇੱਥੇ ਹੀ ਸਮਾਪਤੀ ਹੈ। ਆਓ ਇਸੇ ਅਸ਼ਟਪਦੀ ਦੇ 4ਥੇ ਪਦੇ ਤੱਕ ਜੋ ਵਿਚਾਰ ਅਸੀਂ ਮੁਕੰਮਲ ਕੀਤੀ ਹੈ, ਸੋ ਉਸ ਪੰਕਤੀ ਦੀਆਂ ਅਸੀਂ 2 ਪੰਕਤੀਆਂ ਦੁਬਾਰਾ ਪੜ੍ਹ ਸੁਣ ਸਰਵਣ ਕਰ ਲਈਏ। ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।